ਟੋਰਾਂਟੋ ਦੀ ਨਾਮਵਰ ਸਮਾਜ ਸੇਵੀ ਸੰਸਥਾ ਯੂਥ ਫॉर ਕਮਿਊਨਿਟੀ ਵੱਲੋਂ ਸੁਰਿੰਦਰ ਮਾਵੀ ਦੀ ਅਗਵਾਈ ਹੇਠ ਬਰੈਂਪਟਨ ਦੇ ਗੌਰ ਮਿਡੋ ਕਮਿਊਨਿਟੀ ਸੈਂਟਰ 'ਚ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾਕਟਰ ਅਮਨੀਤ ਕੌਰ ਦੀ ਪੁਸਤਕ ਦੀ ਪਾਵਰ ਆਫ ਦੀ ਪਲੋ ਰਿਲੀਜ਼ ਕੀਤੀ ਗਈ। ਡਾਕਟਰ ਅਮਨੀਤ ਕੌਰ ਨੇ ਇਹ ਪੁਸਤਕ ਕਿਸਾਨੀ ਅੰਦੋਲਨ ਬਾਰੇ ਲਿਖੀ ਹੈ, ਜਿਸ ਨੂੰ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅੱਜ ਦਾ ਪ੍ਰੋਗਰਾਮ ਜੀ ਕਿਸਾਨ ਮੋਰਚੇ ਦੀ ਜਿੱਤ ਦੀ ਖੁਸ਼ੀ ਮਨਾਉਣ ਵਾਸਤੇ ਤੇ ਡਾਕਟਰ ਅਮਨੀਤ ਕੌਰ ਦੀ ਪੁਸਤਕ ਪਾਵਰ ਆਫ ਦਾ ਪਲੋ ਕਿ ਕਿਸਾਨੀ ਦੀ ਖੇਤੀਬਾੜੀ ਦੀ ਹਲ ਦੀ ਕੀ ਤਾਕਤ ਹੈ, ਇਹਦੇ ਵਿੱਚ ਇਹ ਕਿਤਾਬ ਲਾਂਚ ਕੀਤੀ ਗਈ ਆ। ਔਰ ਇਹ ਜਿਹੜੀ ਪੁਸਤਕ ਹੈ ਇਹਦੇ ਬਾਰੇ ਮੈਂ ਕਿਉਂਕਿ ਪੜ੍ਹੀ ਹੋਈ ਸੀਗੀ, ਉਹਦੇ ਬਾਰੇ ਮੈਨੂੰ ਵਿਚਾਰ ਕਰਨ ਦਾ ਵੀ ਮੌਕਾ ਮਿਲਿਆ ਤੇ ਸਭ ਤੋਂ ਪਹਿਲਾਂ ਬੋਲਣ ਦਾ ਮੈਨੂੰ ਮੌਕਾ ਦਿੱਤਾ ਗਿਆ ਇਹਦੇ ਵਿੱਚ। ਤੇ ਇਹ ਜਿਹੜੀ ਪੁਸਤਕ ਹੈਗੀ ਆ, ਇਹ ਇੱਕ ਤਾਂ ਅੰਦੋਲਨ ਦੀ ਡਾਕੂਮੈਂਟੇਸ਼ਨ ਆ, ਉਹਦੀ ਹਿਸਟਰੀ ਲਿਖੀ ਗਈ ਆ। ਪੰਜਾਬੀਆਂ ਬਾਰੇ ਕਿਹਾ ਜਾਂਦਾ ਵੀ ਇਹ ਇਤਿਹਾਸ ਬਣਾਉਂਦੇ ਆ, ਲਿਖਦੇ ਨਹੀਂ, ਪਰ ਇਹ ਜਿਹੜਾ ਅੰਦੋਲਨ ਹੈ ਇਹਦੇ ਵਿੱਚ ਡਾਕਟਰ ਅਮਨੀਤ ਕੌਰ ਵਰਗੀਆਂ ਜਿਹੜੀਆਂ ਵਿਦਵਾਨ ਹੈਗੀਆਂ, ਉਹਨਾਂ ਨੇ ਇਹ ਕਾਰਜ ਕਰਕੇ ਪੰਜਾਬੀਆਂ ਦਾ ਇਹ ਧੋਣਾ ਧੋ ਦਿੱਤਾ। ਔਰ ਇਹਦੇ ਵਿੱਚ ਬਹੁਤ ਸਾਰੇ ਬੁਲਾਰੇ ਜਿਹੜੇ ਆ ਉਹਨਾਂ ਨੇ ਕਿਸਾਨ ਅੰਦੋਲਨ ਦੀ ਜਿੱਤ ਦੀਆਂ ਵਧਾਈਆਂ ਵੀ ਦਿੱਤੀਆਂ ਔਰ ਆਉਣ ਵਾਲੀਆਂ ਜਿਹੜੀਆਂ ਵੰਗਾਰਾਂ ਹਨ, ਜਿਹੜੇ ਚੈਲੰਜ ਹਨ, ਉਹਨਾਂ ਦੀ ਗੱਲ ਵੀ ਕੀਤੀ ਆ। ਔਰ ਮੁੱਖ ਤੌਰ 'ਤੇ ਜਿਹੜੇ ਬੁਲਾਰੇ ਆ ਉਹਨਾਂ ਨੇ ਇਹੀ ਕਿਹਾ ਕਿ ਇਹ ਕਿਸਾਨ ਅੰਦੋਲਨ ਜਿਹੜਾ ਇਹ ਨਾ ਕੇਵਲ ਕਿਸਾਨਾਂ ਦੀ ਬਲਕਿ ਸਮੁੱਚੇ ਪੰਜਾਬੀਆਂ ਦੀ, ਸਮੁੱਚੇ ਪੰਜਾਬੀ ਭਾਈਚਾਰੇ ਦੀ ਔਰ ਬਿਨਾਂ ਕਿਸੇ ਧਾਰਮਿਕ ਜਾਂ ਕਿਸੇ ਇਲਾਕਾਵਾਦ ਦੇ ਵਿਤਕਰੇ ਤੋਂ, ਜਿਹਦੇ ਵਿੱਚ ਪੰਜਾਬ ਦੇ ਲੋਕ, ਹਰਿਆਣੇ ਦੇ, ਰਾਜਸਥਾਨ ਦੇ, ਯੂਪੀ ਦੇ, ਬਲਕਿ ਸਾਰੇ ਦੇਸ਼ ਦੇ ਲੋਕ ਇਕੱਠੇ ਹੋਏ। ਔਰ ਖਾਸ ਕਰਕੇ ਇਸ ਗੱਲ ਦਾ ਜ਼ਿਕਰ ਹੋਇਆ ਕਿ NRI ਭਰਾ ਜਿਹੜੇ ਆ, ਜਿਹੜੇ ਕੈਨੇਡਾ ਦੇ ਵਿੱਚ ਤੇ GTA ਦੇ ਵਿੱਚ ਰਹਿੰਦੇ ਆ, ਇਹਨਾਂ ਨੇ ਇਸ ਅੰਦੋਲਨ ਦਾ ਬਹੁਤ ਵੱਡਾ ਸਹਿਯੋਗ ਦਿੱਤਾ। ਔਰ ਇਸ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਸੀਗਾ ਯੂਥ ਫਾਰ ਕਮਿਊਨਿਟੀ, ਜਿਹਦੇ ਆਗੂ ਹਨ ਸੁਰਿੰਦਰ ਮਾਵੀ, ਉਹਨਾਂ ਨੇ ਇਹ ਆਰਗੇਨਾਈਜ਼ ਕੀਤਾ ਔਰ ਨਿਮਰਤਾ ਸ਼ੇਰਗਿੱਲ ਨੇ ਸਟੇਜ ਕੰਡਕਟ ਕੀਤੀ। ਔਰ ਬਹੁਤ ਭਰਪੂਰ ਹਾਜ਼ਰੀ ਜਿਹੜੀ ਆ, ਜਿੰਨੀ ਕਪੈਸਿਟੀ ਅਲਾਊਡ ਸੀਗੀ ਉਹ ਸਾਰੀ ਦੀ ਸਾਰੀ ਜਿਹੜਾ ਹਾਲ ਹੈਗਾ ਉਹ ਭਰਿਆ ਹੋਇਆ ਸੀਗਾ। ਔਰ ਇਹ ਇੱਕ ਜਿੱਥੇ ਅੰਦੋਲਨ ਉਤਸ਼ਾਹ ਦੇਣ ਵਾਲਾ ਸਾਬਤ ਹੋਇਆ, ਉੱਥੇ ਇਹ ਫੰਕਸ਼ਨ ਵੀ ਜਿਹੜਾ ਹੈਗਾ ਉਤਸ਼ਾਹ ਦੇਣ ਵਾਲਾ ਸਾਬਤ ਹੋਇਆ। ਮੇਰਾ ਨਾਮ ਦੀਪਕ ਆਨੰਦ ਜੀ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਮਿਸਿਸਾਗਾ ਮੌਲਟਨ ਤੋਂ। ਤੇ ਅੱਜ ਜਿਹੜਾ ਯੂਥ ਫॉर ਕਮਿਊਨਿਟੀ ਨੇ ਪ੍ਰੋਗਰਾਮ ਅਰੇਂਜ ਕੀਤਾ ਸੀਗਾ, ਜਿਹੜੀ ਬੁੱਕ ਹੈਗੀ ਹੈ ਉਹਨੂੰ ਰਿਲੀਜ਼ ਕਰਨ ਵਾਸਤੇ, ਜਿਹਦੇ ਵਿੱਚ ਕਿਸਾਨਾਂ ਨੇ ਜਿਹੜਾ ਸੰਘਰਸ਼ ਕੀਤਾ ਹੈਗਾ ਉਹਦੇ ਬਾਰੇ ਲਿਖਿਆ ਗਿਆ ਹੈਗਾ। ਔਰ ਇਹ ਬਹੁਤ ਅੱਛਾ ਲੱਗ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਇਹ ਜਿਹੜੇ ਪਿਛਲੇ ਕੁਛ ਮਹੀਨੇ, ਪਿਛਲੇ ਸਾਲ ਹੀ ਕਹਿ ਲਓ, ਪੈਂਡੈਮਿਕ ਅਤੇ ਜਿਹੜਾ ਉਸ ਤੋਂ ਇਲਾਵਾ ਇਹ ਜਿਹੜੇ ਕਿਸਾਨਾਂ ਦਾ ਸੰਘਰਸ਼ ਹੈਗਾ ਉਹਦੇ ਨਾਲ ਕਾਫੀ ਜ਼ਿਆਦਾ ਤਣਾਅ ਰਿਹਾ ਹੈਗਾ। ਔਰ ਬਹੁਤ ਵਧੀਆ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਸਫਲਤਾ ਮਿਲੀ ਹੈਗੀ ਹੈ, ਇੱਕ ਅਗੇਨ ਐਗਜ਼ਾਮਪਲ ਸੈੱਟ ਹੋਇਆ ਹੈਗਾ ਕਿ ਡੈਮੋਕਰੇਸੀ ਦਾ, ਜਿਸ ਤਰੀਕੇ ਨਾਲ ਲੋਕਾਂ ਨੇ ਇਕੱਠਿਆਂ ਮਿਲ ਕੇ ਜਾਤ ਪਾਤ ਰਿਲੀਜਨ ਤੋਂ ਉੱਪਰ ਉੱਠ ਕੇ ਇਕੱਠਿਆਂ ਕੰਮ ਕੀਤਾ ਹੈਗਾ ਅਤੇ ਉਹਦਾ ਸਿੱਟਾ ਜਿਹੜਾ ਸਾਹਮਣੇ ਆਇਆ ਹੈਗਾ। ਹਮੇਸ਼ਾ ਅਸੀਂ ਕਹਿੰਦੇ ਹੈਗੇ ਹਾਂ ਉੱਪਰ ਵਾਲੇ ਕੋਲ ਦੇਰ ਹੈਗੀ ਪਰ ਅੰਧੇਰ ਨਹੀਂ ਹੈਗੀ, ਇਹਦਾ ਇੱਕ ਗ੍ਰੇਟ ਐਗਜ਼ਾਮਪਲ ਹੈਗਾ। ਔਰ ਆਉਂਦੇ ਜੁਗਾਂ ਤੱਕ ਇਹ ਜਿਹੜਾ ਐਗਜ਼ਾਮਪਲ ਹੈ ਬਹੁਤ ਵਾਰ ਕੋਟ ਕੀਤਾ ਜਾਏਗਾ। ਔਰ ਉਮੀਦ ਕਰਦੇ ਹਾਂ ਐਜ਼ ਏ ਗਵਰਨਮੈਂਟ ਆਲਸੋ ਇਟ ਵਿਲ ਬਿਕਮ ਅ ਰੋਲ ਮਾਡਲ ਟੂ ਫਾਈਂਡ ਆਊਟ ਐਂਡ ਟੂ ਅੰਡਰਸਟੈਂਡ ਕਿ ਕੋਈ ਵੀ ਚੀਜ਼ ਲਾਗੂ ਕਰਨ ਤੋਂ ਪਹਿਲਾਂ ਵੀ ਨੀਡ ਟੂ ਹੈਵ ਅ ਕੰਸਲਟੇਸ਼ਨ, ਵੀ ਨੀਡ ਟੂ ਹੈਵ ਅ ਕਨਵਰਸੇਸ਼ਨ। ਜਿਹੜੇ ਲੋਕਾਂ ਵਾਸਤੇ ਅਸੀਂ ਕਾਨੂੰਨ ਬਣਾਉਂਦੇ ਹਾਂ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੇ ਨੇ, ਅਤੇ ਇਸ ਕਰਕੇ ਲੋਕਾਂ ਨੂੰ ਉਹਦੇ ਵਿੱਚ ਇਨਕਲੂਡ ਕਰਨਾ ਬਹੁਤ ਜ਼ਰੂਰੀ ਹੁੰਦਾ ਹੈਗਾ। ਓਨਟਾਰੀਓ ਅੰਦਰ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਵੀ ਸੂਬੇ ਅੰਦਰ ਕੋਵਿਡ-19 ਦੇ 3784 ਨਵੇਂ ਮਾਮਲੇ ਰਿਪੋਰਟ ਕੀਤੇ ਗਏ। ਪ੍ਰੋਵਿੰਸ ਵੱਲੋਂ ਵਾਇਰਸ ਦੇ ਨਵੇਂ ਵੇਰੀਐਂਟ ਓਮਿਕਰੋਨ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ। 3784 ਵਿੱਚੋਂ 865 ਮਾਮਲੇ ਉਹ ਹਨ ਜਿਹੜੇ ਪੂਰੀ ਤਰ੍ਹਾਂ ਵੈਕਸੀਨੇਟਿਡ ਨਹੀਂ ਹਨ, ਜਦਕਿ 138 ਅਜਿਹੇ ਮਾਮਲੇ ਹਨ ਜਿਨ੍ਹਾਂ ਦੇ ਵੈਕਸੀਨੇਸ਼ਨ ਸਟੇਟਸ ਬਾਰੇ ਕੁਝ ਪਤਾ ਹੀ ਨਹੀਂ। ਇਸ ਦੌਰਾਨ ਓਨਟਾਰੀਓ ਸਾਇੰਸ ਟੇਬਲ ਦੇ ਵਿਗਿਆਨਕ ਨਿਰਦੇਸ਼ਕ ਡਾਕਟਰ ਪੀਟਰ ਜ਼ੂਨੀ ਨੇ ਲੋਕਾਂ ਨੂੰ ਜਲਦ ਤੋਂ ਜਲਦ ਆਪਣੀ ਵੈਕਸੀਨੇਸ਼ਨ ਮੁਕੰਮਲ ਕਰਨ ਅਤੇ ਬੂਸਟਰ ਸ਼ਾਟਸ ਲੈਣ ਦੀ अपील की है। Oh, we need to be aware of that. You know, these numbers are cyclic in nature through the week. So basically Monday, Tuesday, you will see a decrease, and then it starts to pick up Wednesday, Thursday, Friday, Saturday. So don't get your hopes up. This is absolutely normal. What you said before is important. You know, it's twice as much as a week ago. That's the right comparison. So look,
the point is this will continue, and we need to really all of us just help to stem against this wave. And this really means everybody just needs to change their behavior now. And what is important is to realize we have a new figure on our dashboard. Go there, have a look, just Google Ontario dashboard. Under current COVID-19 risk in Ontario by vaccination status, you see the extent of protection afforded by 2 doses of the vaccine against infection, hospital, and ICU admission. Go and look this up. And what you see is that for infection, this curve of protection just plummets down. We are yesterday, that's what you see right now still, we're about to update it. We were at 51% protection. Today we're at 45% protection. It's important to realize the vaccine most likely continues to protect well against hospital and ICU admission after 2 doses, but forget about protection against infection. So people out there, be careful now. It's not the same as for Delta anymore. And you can't just use a rapid test to think, okay, I have a rapid test, it was negative, and now everything is okay. This virus is far too dynamic. You need that booster to be protected also against infection. You probably are still relatively well protected against hospital admission, etc. But be aware of that. We will only, based on this chart, only be able to tell that for sure, perhaps after about 10 days, because there's a delay between infections, obviously, and hospital admission. So I hope that the curves that you see on this chart, you will see an orange and the yellow curve if you go there, hold steady high up. That's great, flat right now and high up at 95% or so. I hope it stays that way. But it's really the one against infection plummets, and it starts to plummet when Omicron took over the province. ਬ੍ਰਿਟਿਸ਼ ਕੋਲੰਬੀਆ ਦੀ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰੀ ਨੇ BC ਦੀ ਸੀਨੀਅਰ ਸਰਵਿਸਿਜ਼ ਸੁਸਾਇਟੀ ਲਈ $7,20,000 ਦੀ ਗ੍ਰਾਂਟ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਇਸ ਫੰਡਿੰਗ ਦਾ ਉਦੇਸ਼ ਸੰਸਥਾ ਨੂੰ ਇਸ ਦੇ ਸਾਈਨ ਪ੍ਰੋਗਰਾਮ ਵਿੱਚ ਮਦਦ ਕਰਨਾ ਹੈ, ਜੋ ਬਜ਼ੁਰਗਾਂ ਨੂੰ ਰਿਹਾਇਸ਼, ਵਿੱਤੀ ਸਹਾਇਤਾ ਅਤੇ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸੇਵਾਵਾਂ ਨਾਲ ਜੋੜਦਾ ਹੈ। Seniors in British Columbia are front of mind for everybody in the province, particularly during this time of the pandemic. And they are often the most vulnerable people in our communities. They have faced discrimination and marginalization that can alienate them from the care that is available in community, that can alienate them from housing. And particularly as the rest of the country has discovered British Columbia and housing unaffordability has pushed people out of Vancouver and the Lower Mainland, we have really felt the impacts of homelessness and housing unaffordability in Nanaimo in a particularly tough way that's been especially hard on seniors. And that is why our government is providing Seniors Housing Information and Navigation Ease Program, which we call SHINE, a grant of $720,000 to carry on and to expand their life-changing work. We're so grateful to the parts of the province that received this program, those that have been delivering the service already, very grateful for the connection to care and the sense of family that SHINE creates. I've heard about its impact here in Nanaimo. We know how important it is across the province, and I'm so honored that our ministry is able to support this work with almost $750,000 to carry on that work. And so we're going to be able to have a bit of a conversation about what that means on the ground. ਕੈਨੇਡਾ ਕੋਵਿਡ-19 ਦੀ ਇੱਕ ਹੋਰ ਵੇਵ ਨਾਲ ਜੂਝ ਰਿਹਾ ਹੈ। ਮਾਹਿਰਾਂ ਅਨੁਸਾਰ ਜਿੱਥੇ ਕੈਨੇਡੀਅਨਸ ਨੂੰ ਵੈਕਸੀਨ ਦੀ ਤੀਜੀ ਡੋਜ਼ ਵੀ ਲੱਗਣੀ ਸ਼ੁਰੂ ਹੋ ਗਈ ਹੈ, ਉੱਥੇ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਦੇਸ਼ਾਂ ਤੱਕ ਇੱਕ ਵੀ ਖੁਰਾਕ ਨਹੀਂ ਪਹੁੰਚੀ ਉਹਨਾਂ ਬਾਰੇ ਵੀ ਸੋਚਿਆ ਜਾਵੇ। ਮਾਹਿਰਾਂ ਦਾ ਮੰਨਣਾ ਹੈ ਕਿ ਬਾਰਡਰ ਬੰਦ ਕਰ ਲੈਣ ਨਾਲ ਮੁਸ਼ਕਲਾਂ ਦਾ ਹੱਲ ਨਹੀਂ ਹੈ। ये सारे दुनिया के बात है, कोई पर्टिकुलर देश में ये लिमिटेड नहीं है। जहाँ भी कोविड-19 को रुकने का मौका मिलता है वहाँ पे वेरिएंट विकसित होते हैं और वही वेरिएंट कुछ ही दिनों में दुनिया के कोने कोने पहुँच जाते हैं। हमें कनाडा में टीका का चॉइसेस मिले, मॉडर्ना लेना है या फाइजर लेना है, एस्ट्राजेनेका लेना है। इन कंपैरिजन आप अगर इंडियन सबकॉन्टिनेंट को देख लीजिए या अफ्रीका को देख लीजिए, वहाँ बहुत से लोगों को एक भी खुराक नहीं मिली है और इससे वायरस का पनपना और उत्परिवर्तित
संभव हुआ है। वायरस मतलब थ्राइव कर सकता है, म्यूटेट कर सकते हैं और नया वेरिएंट्स आते हैं, राइट? जैसे अल्फा वेरिएंट हम देखे हैं, डेल्टा और अभी ओमिक्रॉन। जब कोविड-19 संकट शुरू हुआ, वैक्सीन मैन्युफैक्चरर्स ने अलग अलग देशों को अपना टीका पहले ही बेच दिया, परीक्षण से पहले। सो एज अ वे ऑफ फंडिंग वैक्सीन मैन्युफैक्चरिंग, जैसे कनाडा, वैसे बहुत सारे विकसित देशों ने लाखों टीका खरीदने का ऑर्डर्स दिया और ये वादा के साथ कि अपना अतिरिक्त टीका गरीब देशों को बांटेंगे, लेकिन ये सब देशों ने अपना वादा पूरा नहीं किया है। Pandemic won't end until everyone in the world has access to tests and treatments and vaccines. In fact, that many of us have been warning for a very long time that a new variant that may even in fact go around the vaccines would emerge as long as there are countries in the world that don't have access to vaccines and have a lower vaccination rate. कोई नेशनल बॉर्डर्स में रुक नहीं सकते हैं, कोई भी सीमाओं के बंद करने से वायरस नहीं रुक सकता है। सभी का जल्दी से टीकाकरण ही वायरस को म्यूटेशन से रोक सकता है और जब सब सुरक्षित होंगे तभी हम सब सुरक्षित रहेंगे। We are among the luckiest and safest people in the world in this country. And so what we're saying to people is, if you're getting that third dose, take a moment to think about how lucky we are. ਫੈਡਰਲ ਸਰਕਾਰ ਪ੍ਰਿੰਸ ਐਡਵਰਡ ਆਈਲੈਂਡ ਦੇ ਕਿਸਾਨਾਂ ਨੂੰ ਆਲੂਆਂ ਦੇ ਵੱਧ ਰਹੇ ਸਰਪਲਸ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ $28 ਮਿਲੀਅਨ ਖਰਚ ਕਰੇਗੀ। ਖੇਤੀਬਾੜੀ ਮੰਤਰੀ ਮੈਰੀ ਕਲਾਉਡ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਫੰਡਿੰਗ ਦੀ ਵਰਤੋਂ ਕੈਨੇਡਾ ਵਿੱਚ ਆਲੂ ਪ੍ਰੋਸੈਸਿੰਗ ਦੀ ਵਧੇਰੇ ਸਮਰੱਥਾ ਪੈਦਾ ਕਰਨ ਅਤੇ ਭੋਜਨ ਸਹਾਇਤਾ ਸੰਸਥਾਵਾਂ ਨੂੰ ਭੇਜਣ ਲਈ ਕੀਤੀ ਜਾਵੇਗੀ। We are all 100% dedicated to reopening the border with the US and finding all ways to support affected farmers. PEI potato farmers are known for their world-class potatoes and for good reason. We are very proud of that reputation for quality. Consumers need to know that quality has never been jeopardized. It's not being jeopardized at all here. Potato wart poses no concern to human health. This is about soil health and the US authorities' concerns over the slight risk to their own country's potato yields. My message to farmers today is, we are here for you. We understand the financial and mental stress that this situation has caused. We are exploring all options and avenues to get you the support you need. That is why today I am announcing a federal investment of $28 million to help PEI potato farmers with the management of surplus potatoes. Besides facilitating additional processing, this funding will be used to support the diversion of surplus potatoes by redirecting surplus potatoes to food banks and other food aid organizations, and supporting the environmentally sound disposal of surplus potatoes. Funding will also help producers diversify markets and develop long-term strategies to manage future challenges. My officials will work with the PEI Potato Board, national food bank organizations, the province, and other stakeholder groups to deliver this funding rapidly. We brought together this emergency support quickly, because we know farmers need answers about what they should do with their surplus product. And we understand any necessary disposal must be done during the cold season.